ਜਦੋਂ ਆਪਾਂ ਮਨ ਦੀ ਗੱਲ ਕਰਦੇ ਹਾਂ ਤਾਂ ਮਾਨਸਿਕ ਤੌਰ ਤੇ ਇੰਨੀਆਂ ਉਲਝਣਾਂ ਨੇ, ਮਾਨਸਿਕ ਤੌਰ ਤੇ ਬੰਦਾ ਇੰਨਾ ਪਰੇਸ਼ਾਨ ਹੈ, ਉਸ ਵਿਅਥਾ ਨੂੰ ਸ਼ਬਦਾਂ ਦੇ ਰਾਹੀਂ ਬਿਆਨ ਨਹੀਂ ਕੀਤਾ ਜਾ ਸਕਦਾ। ਉਹਦਾ ਕਾਰਨ ਕੀ ਹੈ? ਮਹਾਰਾਜ ਕਹਿੰਦੇ, ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਬੇੜਾ ਤੇਰੇ ਜੀ ਪਹਿਲੀਜੈ। ਦੇਖੋ, ਐਸੇ ਹੀ ਮਨ ਜਿਹੜਾ ਹੈ ਨਾ, ਉਹ ਅਸ਼ਾਂਤ ਨਹੀਂ ਹੋ ਜਾਂਦਾ, ਐਸੇ ਹੀ ਮਨ ਪਰੇਸ਼ਾਨ ਨਹੀਂ ਹੋ ਜਾਂਦਾ, ਐਸੇ ਤੁਸੀਂ ਉਦਾਸ ਨਹੀਂ ਹੋ ਜਾਂਦੇ, ਐਸੇ ਤੁਸੀਂ ਚਿੰਤਿਤ ਨਹੀਂ ਹੋ ਜਾਂਦੇ। ਉਹਦੇ ਪਿੱਛੇ ਕਾਰਨ ਹੈ। ਕਾਰਨ ਕੀ ਹੈ? ਮੈਂ ਕਈ ਵਾਰੀ ਬੇਨਤੀ ਕਰਦਾ ਹੁੰਦਾ ਕਿ ਪਾਣੀ ਦਾ ਸੁਭਾਅ ਹੈ ਸ਼ੀਤਲਤਾ ਵਾਲਾ। ਪਾਣੀ ਦਾ ਸੁਭਾਅ ਸ਼ੀਤਲਤਾ ਵਾਲਾ, ਉਹ ਸ਼ੀਤਲ ਰਹਿੰਦਾ ਹੈ, ਠੰਡਾ ਰਹਿੰਦਾ ਹੈ। ਪਰ ਜੇਕਰ ਤੁਸੀਂ ਪਾਣੀ ਨੂੰ ਚੁੱਲ੍ਹੇ ਤੇ ਰੱਖ ਦਿਓਗੇ ਤੇ ਉਹ ਤਪਣਾ ਸ਼ੁਰੂ ਹੋ ਜਾਏਗਾ, ਤਪੇਗਾ। ਹੁਣ ਤੁਸੀਂ ਚੁੱਲ੍ਹੇ ਤੇ ਰੱਖ ਕੇ ਅੱਗ ਬਾਲਦੇ ਹੋ ਤੇ ਫਿਰ ਤੁਹਾਡੇ ਮਨ ਦੇ ਅੰਦਰ ਇਹ ਵਿਚਾਰ ਆਉਂਦੀ ਹੈ ਕਿ ਪਾਣੀ ਠੰਡਾ ਰਹੇ, ਪਾਣੀ ਸ਼ੀਤਲ ਰਹੇ, ਪਾਣੀ ਆਪਣੇ ਨਿਜ ਸੁਭਾਅ 'ਚ ਰਹੇ। ਤਾਂ ਐਸਾ ਨਹੀਂ ਹੋ ਸਕਦਾ। ਅਗਰ ਤੁਸੀਂ ਅੱਗ ਬਾਲੋਗੇ ਤੇ ਪਾਣੀ ਤਪੇਗਾ ਹੀ ਤਪੇਗਾ। ਇਸੇ ਤਰ੍ਹਾਂ ਪਿਆਰਿਓ, ਜੇਕਰ ਮਨ 'ਚ ਵਲਛਲ ਹੈ, ਕਪਟ ਨੇ, ਤੇ ਤੁਹਾਡਾ ਮਨ ਕਦੀ ਸ਼ਾਂਤ ਨਹੀਂ ਹੋਏਗਾ। ਰਾਹ ਬਿਲਕੁਲ ਆਸਾਨ ਜਿਹਾ ਹੈ ਮਨ ਨੂੰ ਸ਼ਾਂਤ ਕਰਨ ਦਾ, ਮਨ ਨੂੰ ਟਿਕਾਊ 'ਚ ਲੈ ਕੇ ਆਉਣ ਦਾ, ਮਨ ਨੂੰ ਵਸ 'ਚ ਲੈ ਕੇ ਆਉਣ ਦਾ ਬਹੁਤ ਹੀ ਆਸਾਨ ਜਿਹਾ ਸਿੱਧਾ ਜਿਹਾ ਤਰੀਕਾ ਹੈ। ਪਾਣੀ ਨੂੰ ਸ਼ੀਤਲ ਕਰਨਾ, ਪਾਣੀ ਨੂੰ ਚੁੱਲ੍ਹੇ ਤੋਂ ਉਠਾ ਕੇ ਹੇਠਾਂ ਰੱਖ ਦਿਓ, ਅੱਗ ਬਾਲਣੀ ਬੰਦ ਕਰ ਦਿਓ, ਪਾਣੀ ਸ਼ੀਤਲ। ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਬੇੜਾ ਤੇਰੇ ਜੀ ਪਹਿਲੀਜੈ। ਕਪਟ ਕਰਾਂਗੇ, ਵਲਛਲ ਕਰਾਂਗੇ, ਨਫ਼ਰਤ ਕਰਾਂਗੇ, ਈਰਸ਼ਾ ਚਰਾਂਗੇ, ਇਹ ਐਸੀਆਂ ਭਾਵਨਾਵਾਂ ਨੇ, ਐਸੇ ਵੇਗ ਨੇ ਜਿਹੜੇ ਤੁਹਾਡੇ ਮਨ ਦੇ ਅੰਦਰ ਜਦੋਂ ਪ੍ਰਵੇਸ਼ ਕਰਦੇ ਨੇ ਤੇ ਤੁਹਾਡਾ ਮਨ ਇੰਨਾ ਤੇਜ਼ ਦੌੜਦਾ ਹੈ, ਇੰਨਾ ਤੇਜ਼ ਦੌੜਦਾ ਹੈ, ਵਿਚਾਰਾਂ ਦੇ ਜਾਲ 'ਚ ਐਸੇ ਫਸ ਜਾਂਦਾ ਹੈ, ਅਸ਼ਾਂਤੀ ਪੈਦਾ ਹੁੰਦੀ ਹੈ, ਬੇਚੈਨੀ ਪੈਦਾ ਹੁੰਦੀ ਹੈ, ਭਟਕਣਾ ਪੈਦਾ ਹੁੰਦੀ ਹੈ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਮਨ ਨੂੰ ਵਸ 'ਚ ਕਰਨ ਦਾ ਇੱਕ ਸਰਲ ਜਿਹਾ ਢੰਗ ਦੱਸਿਆ, ਸੁਖਾਲਾ ਜਿਹਾ ਢੰਗ ਦੱਸਿਆ। ਪਰ ਮਹਾਰਾਜ ਜੀ ਨੇ ਉਸ ਤੋਂ ਪਹਿਲਾਂ ਮਨ ਅਸ਼ਾਂਤ ਕਿਉਂ ਹੁੰਦਾ ਹੈ, ਮਨ ਭਟਕਦਾ ਕਿਉਂ ਹੈ, ਮਹਾਰਾਜ ਨੇ ਪਹਿਲਾਂ ਉਹ ਕਾਰਨ ਦੱਸੇ ਨੇ। ਉਸ ਤੋਂ ਬਾਅਦ ਸਤਿਗੁਰੂ ਜੀ ਨੇ ਪਵਿੱਤਰ ਸ਼ਬਦ ਦੇ ਅੰਦਰ ਨਿਦਾਨ ਦੱਸਿਆ ਹੈ, ਇਹਦਾ ਹੱਲ ਦੱਸਿਆ ਹੈ ਕਿ ਮਨ ਨੂੰ ਟਿਕਾਣਾ ਕਿਵੇਂ ਹੈ। ਮਹਾਰਾਜ ਜੀ ਦਾ ਪਵਿੱਤਰ ਬਚਨ ਹੈ, ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ। ਮਹਾਰਾਜ ਕਹਿੰਦੇ, ਮਾਈ ਮਨ ਮੇਰੋ ਬਸ ਨਾਹੈ। ਇਹ ਮੇਰੀ ਮਾਂ, ਮੇਰਾ ਮਨ ਮੇਰੇ ਵੱਸ 'ਚ ਨਹੀਂ। ਮਾਈ ਮਨ ਮੇਰੋ ਬਸ ਨਾਹੈ, ਨਿਸ ਬਾਸੁਰ ਬਿਖਿਅਨ ਕੋ ਧਾਵਤ। ਕਿਹ ਬਿਦ ਰੋਕੋ ਤਾਹੇ। ਹੇ ਮੇਰੀ ਮਾਂ, ਮੇਰਾ ਮਨ ਮੇਰੇ ਵੱਸ 'ਚ ਨਹੀਂ। ਦਿਨ ਰਾਤ, ਨਿਸ ਬਾਸੁਰ, ਦਿਨ ਰਾਤ ਇਹਦੀ ਇੱਕ ਦੌੜ ਹੈ। ਦੌੜ ਕਿਹੜੀ ਹੈ? ਮਹਾਰਾਜ ਕਹਿੰਦੇ ਵਿਸ਼ੇ ਵਿਕਾਰਾਂ ਦੀ ਦੌੜ ਹੈ। ਮਨ ਅਸ਼ਾਂਤ ਕਿਵੇਂ ਹੁੰਦਾ ਹੈ? ਜਦੋਂ ਵਿਸ਼ੇ ਵਿਕਾਰ ਤੁਹਾਡੇ ਅੰਦਰ ਪ੍ਰਵੇਸ਼ ਕਰਦੇ ਨੇ, ਜਦੋਂ ਤੁਹਾਡੀ ਸੋਚਣੀ ਦਾ ਕੇਂਦਰ ਬਿੰਦੂ ਵਿਸ਼ੇ ਵਿਕਾਰ ਬਣ ਜਾਂਦੇ ਨੇ, ਤੇ ਫਿਰ ਦੁਨੀਆ ਦੀ ਕੋਈ ਤਾਕਤ ਤੁਹਾਨੂੰ ਸ਼ਾਂਤ ਨਹੀਂ ਕਰ ਸਕਦੀ, ਤੁਹਾਡੇ ਮਨ ਨੂੰ ਸ਼ਾਂਤ ਨਹੀਂ ਕਰ ਸਕਦੀ, ਤੁਹਾਡੇ ਮਨ ਨੂੰ ਵਸ 'ਚ ਨਹੀਂ ਕਰ ਸਕਦੇ। ਮਹਾਰਾਜ ਕਹਿ ਰਹੇ ਨੇ, ਕਹਿੰਦੇ ਨਿਸ ਬਾਸੁਰ ਬਿਖਿਅਨ ਕੋ ਧਾਵਤ, ਕਿਹ ਬਿਦ ਰੋਕੋ ਤਾਹੇ। ਮੇਰੀ ਮਾਂ, ਕਿਹੜਾ ਢੰਗ ਹੈ, ਕਿਹੜਾ ਤਰੀਕਾ ਹੈ, ਕਿਹੜੀ ਵਿਧੀ ਹੈ
ਜਿਸ ਦੇ ਨਾਲ ਮੈਂ ਆਪਣੇ ਇਸ ਭਟਕਦੇ ਹੋਏ ਮਨ ਨੂੰ, ਡੋਲਦੇ ਹੋਏ ਮਨ ਨੂੰ, ਅਸ਼ਾਂਤ ਮਨ ਨੂੰ ਮੈਂ ਵਸ 'ਚ ਕਰਾਂ, ਇਹਨੂੰ ਸਥਿਰ ਕਰਾਂ, ਇਹਨੂੰ ਟਿਕਾਓ 'ਚ ਲੈ ਕੇ ਆਵਾਂ, ਇਹਨੂੰ ਸਹਿਜ 'ਚ ਲੈ ਕੇ ਆਵਾਂ। ਮਹਾਰਾਜ ਫਿਰ ਕਾਰਨ ਦੱਸਦੇ ਵੀ ਕਾਰਨ ਕੀ ਨੇ। ਪਾਤਸ਼ਾਹ ਕਹਿੰਦੇ ਵੇਦ ਪੁਰਾਣ ਸਿਮਰਤ ਕੋ ਮਤ ਸੁਣ। ਕਹਿੰਦੇ ਵੇਦ ਪੁਰਾਣ ਭਾਵ ਧਾਰਮਿਕ ਗ੍ਰੰਥ, ਕਹਿੰਦੇ ਸੁਣਦਾ ਹੀ ਨਹੀਂ। ਜੇਕਰ ਕਿਤੇ ਸੁਣਦਾ ਵੀ ਹੈ, ਨਿਮਖ ਨਾ ਹੀਐ ਬਸਾਵੈ। ਪਹਿਲੀ ਗੱਲ ਤੇ ਸੁਣਦਾ ਹੀ ਨਹੀਂ। ਅਸ਼ਾਂਤ ਮਨ ਕਿੱਥੇ ਸੁਣੇਗਾ ਗੁਰੂ ਦੇ ਸ਼ਬਦ ਨੂੰ। ਜਿਨ ਕੇ ਚਿੱਤ ਕਠੋਰ ਹੈ ਸੇ ਬਹਿ ਨਾ ਸਤਿਗੁਰ ਪਾਸ। ਹੁਣ ਜਿੱਥੇ ਚਿੱਤ ਦੀ ਕਠੋਰਤਾ ਹੈ, ਜਿੱਥੇ ਮਨ ਦੀ ਕਠੋਰਤਾ ਹੈ, ਜਿੱਥੇ ਵਲ ਛਲ ਦੀ ਪ੍ਰਧਾਨਤਾ ਹੈ, ਜਿੱਥੇ ਕਪਟ ਦੀ ਪ੍ਰਧਾਨਤਾ ਹੈ, ਮਹਾਰਾਜ ਕਹਿੰਦੇ ਪਹਿਲੀ ਗੱਲ ਉਹ ਮਨ ਟਿਕਦਾ ਨਹੀਂ, ਸੁਣਦਾ ਹੀ ਨਹੀਂ। ਤੇ ਜੇਕਰ ਕੋਈ ਭੁੱਲ ਭੁਲੇਖੇ ਸੁਣ ਲਿਆ ਤੇ ਉਹਨੂੰ ਆਪਣੇ ਅੰਦਰ ਵਸਣ ਨਹੀਂ ਦਿੰਦਾ। ਪਾਤਸ਼ਾਹ ਕਹਿੰਦੇ ਨਿਮਖ ਨਾ ਹੀਐ ਬਸਾਵੈ, ਪਰ ਤਨ ਪਰ ਦਾਰਾ ਸਿਉ ਰਚਿਓ, ਬਿਰਥਾ ਜਨਮ ਸਿਰਾਵੈ। ਕਾਰਨ ਕੀ ਨੇ? ਪਹਿਲਾ ਵਿਸ਼ੇ ਵਿਕਾਰਾਂ ਦੀ ਦੌੜ। ਦੂਜਾ ਮਹਾਰਾਜ ਜੀ ਕਹਿੰਦੇ ਸੁਣਦਾ ਨਹੀਂ, ਧਰਮ ਗ੍ਰੰਥਾਂ ਦੀ ਸਿੱਖ ਨੂੰ, ਉਪਦੇਸ਼ ਨੂੰ ਸੁਣਦਾ ਹੀ ਨਹੀਂ। ਤੀਜਾ ਫਿਰ ਵਿਚਾਰਾਂ ਦਾ ਕੇਂਦਰ ਬਿੰਦੂ ਕੀ ਹੈ? ਪਰ ਧਨ, ਪਰਾਇਆ ਧਨ। ਕਿਤੇ ਰਿਸ਼ਵਤ ਲੈ ਰਿਹਾ ਹੈ, ਕਿਤੇ ਘੱਟ ਵੱਧ ਤੋਲਦਾ ਪਿਆ, ਕਿਤੇ ਬੇਈਮਾਨੀ ਕਰਦਾ ਪਿਆ, ਕਿਤੇ ਠੱਗੀ ਠੋਰੀ ਕਰਦਾ ਪਿਆ, ਕਿਤੇ ਚੋਰੀ ਕਰਦਾ ਪਿਆ। ਸੋਚੋ ਜਿਸ ਮਨ ਦੇ ਅੰਦਰ ਇੰਨੇ ਵਿਚਾਰ ਹੋਣ, ਕਿਤੇ ਉਹ ਵਾਸ਼ਨਾ ਗ੍ਰਸਤ ਹੈ, ਕਿਤੇ ਉਹ ਚੋਰੀ ਦੇ ਵਿਚਾਰਾਂ ਨਾਲ ਗ੍ਰਸਤ ਹੈ, ਕਿਤੇ ਉਹ ਠੱਗੀ ਦੇ ਵਿਚਾਰਾਂ ਨਾਲ, ਕਿਤੇ ਉਹ ਰਿਸ਼ਵਤਖੋਰੀ ਦੇ ਵਿਚਾਰਾਂ ਨਾਲ। ਕਿਉਂਕਿ ਇਹ ਵਿਉਂਤਬੰਦੀ ਕਰਨੀ ਪੈਂਦੀ ਹੈ। ਰਿਸ਼ਵਤ ਲੈਣੀ ਆਸਾਨ ਥੋੜ੍ਹੀ ਹੈ। ਕਿਵੇਂ ਸਮਾਜ ਤੋਂ ਬਚਣਾ ਹੈ, ਕਿਵੇਂ ਕਾਨੂੰਨ ਤੋਂ ਬਚਣਾ ਹੈ, ਕਿਵੇਂ ਰਿਸ਼ਵਤ ਲੈਣੀ ਹੈ, ਬੰਦਾ ਪੂਰੀ ਪਲਾਨਿੰਗ ਕਰਦਾ ਹੈ ਨਾ। ਤੇ ਉਹ ਪਲਾਨਿੰਗ ਕਿੱਥੇ ਕਰਦਾ ਹੈ? ਮਨ 'ਚ ਹੀ ਕਰੇਗਾ, ਕਿਸੇ ਨੂੰ ਦੱਸੇਗਾ ਥੋੜ੍ਹਾ। ਵਿਉਂਤਬੰਦੀ ਆਪ ਹੀ ਘੜੇਗਾ, ਆਪ ਹੀ ਬਣਾਏਗਾ। ਤੋ ਜਿੱਥੇ ਸਾਰਾ ਦਿਨ ਇਹੀ ਵਿਉਂਤਬੰਦੀ ਚੱਲਣੀ ਹੈ, ਤੁਸੀਂ ਕਹੋ ਵੀ ਉਹ ਮਨ ਟਿਕੇਗਾ, ਸਵਾਲ ਹੀ ਨਹੀਂ ਪੈਦਾ ਹੁੰਦਾ। ਤੁਸੀਂ ਕਹੋ ਮਨ ਥਿਰ ਹੋ ਜਾਏਗਾ, ਸਵਾਲ ਹੀ ਨਹੀਂ ਪੈਦਾ ਹੁੰਦਾ। ਤੁਸੀਂ ਕਹੋ ਮਨ ਵਾਸੇ 'ਚ ਆ ਜਾਏਗਾ, ਹੋ ਨਹੀਂ ਸਕਦਾ। ਪਰ ਤਨ ਪਰ ਦਾਰਾ। ਹੁਣ ਜਿੱਥੇ ਪਰ ਧਨ ਦੀ ਗੱਲ ਹੈ, ਉੱਥੇ ਪਰ ਤਨ, ਪਰਾਇਆ ਸਰੀਰ, ਪਰਾਇਆ ਰੂਪ, ਪਰ ਦਾਰਾ ਮੇਨ ਪਰਾਈ ਇਸਤਰੀ, ਪਰਾਇਆ ਪੁਰਸ਼। ਹੁਣ ਇੱਕ ਤੇ ਵਲਛਲ ਕਰਦਾ ਹੈ, ਕਪਟ ਕਰਦਾ ਹੈ, ਇੱਕ ਧਰਮ ਗ੍ਰੰਥਾਂ ਨੂੰ ਸੁਣਦਾ ਕੋਈ ਨਹੀਂ। ਦੂਜਾ ਠੱਗੀ ਠੋਰੀ, ਚੋਰੀ ਚਕਾਰੀ, ਰਿਸ਼ਵਤਖੋਰੀ ਕਰਦਾ ਹੈ। ਤੀਜਾ ਪਰ ਦਾਰਾ, ਆਪਣਾ ਘਰ ਛੱਡ ਕੇ ਦੂਜੇ ਘਰ ਦੇ ਵੱਲ ਝਾਕ ਰੱਖਦਾ ਹੈ, ਦੂਜੇ ਘਰ ਨਾਲ ਰਿਸ਼ਤਾ ਬਣਾਉਂਦਾ ਹੈ, ਅਵੈਧ ਰਿਸ਼ਤਾ। ਉਸ ਨੂੰ ਬਚਾਉਣਾ ਹੈ, ਉਸ ਨੂੰ ਛੁਪਾਉਣਾ ਹੈ, ਸਮਾਜ ਤੋਂ, ਪਰਿਵਾਰ ਤੋਂ ਛੁਪਾ ਕੇ। ਤਾਂ ਉਲਝਣ ਕਿਉਂ ਨਾ ਬਣੇਗੀ, ਮਨ ਅਸ਼ਾਂਤ ਕਿਉਂ ਨਾ ਹੋਏਗਾ। ਦੇਖੋ ਜੋ ਸਹੀ ਕੰਮ ਹੈ ਉਹ ਵਿਚਾਰਾਂ 'ਚ ਵਾਰ-ਵਾਰ ਨਹੀਂ ਚੱਲਦਾ, ਜੋ ਗਲਤ ਹੈ ਉਹ ਤੁਹਾਡੇ ਵਿਚਾਰਾਂ 'ਚ ਵਾਰ-ਵਾਰ ਚੱਲਦਾ ਰਹੇ। ਤੁਸੀਂ ਕੋਈ ਗਲਤੀ ਕੀਤੀ ਹੈ ਤਾਂ ਤੁਹਾਡੇ ਅੰਦਰ ਚੱਲਦੀ ਰਹੇਗੀ ਕਿ ਕਿਤੇ ਮੈਂ ਪਕੜਿਆ ਨਾ ਜਾ, ਕਿਤੇ ਪਤਾ ਨਾ ਲੱਗ ਜਾਏ, ਕਿਤੇ ਕਾਨੂੰਨ ਦੀਆਂ ਨਜ਼ਰਾਂ 'ਚ ਨਾ ਜਾ, ਕਿਤੇ ਸਮਾਜ ਦੀਆਂ ਨਜ਼ਰਾਂ 'ਚ ਨਾ ਜਾ। ਇਹ ਸਾਰਾ ਕੁਝ ਕਿੱਥੇ ਚੱਲਦਾ ਪਿਆ? ਮਨ 'ਚ ਹੀ ਚੱਲਦਾ ਪਿਆ। ਜੇਕਰ ਤੁਹਾਡਾ ਜੀਵਨ ਸਿੱਧਾ ਸਾਦਾ ਹੈ, ਸਾਧਾਰਨ ਜੀਵਨ ਹੈ, ਆਚਰਣ ਤੁਹਾਡਾ ਆਲੇ ਦਰਜਾ ਦਾ ਹੈ, ਸੁੱਚਾ ਤੇ ਪਵਿੱਤਰ ਹੈ, ਫਿਰ ਮਨ 'ਚ ਬੇਫਾਲਤੂ ਵਿਚਾਰਾਂ ਨਹੀਂ ਚੱਲਣਗੀਆਂ। ਠੱਗੀ ਨਹੀਂ ਕੀਤੀ ਕਦੀ, ਕਿਸੇ ਨਾਲ ਚੋਰੀ ਚਕਾਰੀ ਨਹੀਂ ਕੀਤੀ, ਤੁਸੀਂ ਕਦੀ ਘੱਟ ਵੱਧ ਨਹੀਂ ਤੋਲਿਆ, ਤੁਸੀਂ ਕਦੀ ਕਿਸੇ ਤੋਂ ਰਿਸ਼ਵਤਖੋਰੀ ਨਹੀਂ ਕੀਤੀ,
ਤਾਂ ਤੁਹਾਡਾ ਮਨ ਇਹਨਾਂ ਵਿਚਾਰਾਂ 'ਚ ਕਿਵੇਂ ਪਏਗਾ? ਤੁਹਾਡੀ ਨਜ਼ਰ ਪਰਾਏ ਤਨ ਤੇ ਨਹੀਂ, ਪਰਾਏ ਰੂਪ ਪਰਾਏ ਘਰ 'ਚ ਨਹੀਂ ਹੈਗੀ, ਫਿਰ ਮਹਾਰਾਜ ਜੀ ਕਹਿੰਦੇ ਕਿਵੇਂ ਡੋਲੇਗਾ ਮਨ? ਪਰ ਇੱਥੇ ਤੇ ਸਤਿਗੁਰੂ ਕਹਿੰਦੇ ਗੱਲ ਹੀ ਬਿਲਕੁਲ ਉਲਟੀ ਹੈ। ਪਰ ਧਨ ਪਰ ਦਾਰਾ ਸਿਉ ਰਚਿਓ, ਬਿਰਥਾ ਜਨਮ ਸਿਰਾਨਾ। ਮਹਾਰਾਜ ਕਹਿੰਦੇ ਜਨਮ ਵਿਅਰਥ ਜਾ ਰਿਹਾ। ਜਿੰਨਾ ਟਾਈਮ ਮਿਲਿਆ ਸੀ ਉਹਦੇ 'ਚ ਬਲਦਾ ਰਿਹਾ, ਸੜਦਾ ਰਿਹਾ, ਮਨ ਦਾ ਕੋਈ ਟਿਕਾਉ ਨਹੀਂ। ਜਿੰਨਾ ਵਕਤ ਮਿਲਿਆ ਸੀ ਉਹ ਕਲੇਸ਼ਾਂ 'ਚ, ਦੁੱਖਾਂ 'ਚ, ਪੀੜਾਂ 'ਚ, ਵਿਆਧੀਆਂ 'ਚ, ਚਿੰਤਾ ਤੇ ਝੋਰਿਆਂ 'ਚ ਹੀ ਲੰਘ ਗਿਆ। ਮਹਾਰਾਜ ਕਹਿੰਦੇ ਨਾ ਜੁਗਤੀ ਨਾ ਜੁਗਤ, ਨਾ ਪਰਮਾਤਮਾ ਦੀ ਇਬਾਦਤ, ਨਾ ਸੰਸਾਰ ਦਾ ਸੁੱਖ, ਕੁਝ ਵੀ ਨਹੀਂ ਪ੍ਰਾਪਤ ਕੀਤਾ। ਦੁੱਖਾਂ 'ਚ ਹੀ ਬਸ ਜੀਵਨ ਚੱਲਦਾ ਗਿਆ। ਮਦ ਮਾਇਆ ਕੈ ਭਇਓ ਬਾਬਰੋ, ਮਾਇਆ ਦੇ ਨਸ਼ੇ 'ਚ ਮਹਾਰਾਜ ਕਹਿੰਦੇ ਮਨ ਬੌਰਾ ਹੋਇਆ ਪਿਆ। ਭਟਕੇਗਾ ਸੂਝਤ ਨਹਿ ਕਛ ਗਿਆਨਾ, ਘਟ ਹੀ ਪੀਤਰ ਬਸਤ ਨਿਰੰਜਨ, ਤਾਕੋ ਮਰਮ ਨਾ ਜਾਨਾ। ਜਿਹੜਾ ਅੰਦਰ ਵਸਦਾ ਸੀ ਉਹਦੇ ਮਰਮ ਤੋਂ ਸਖਣਾ ਰਿਹਾ। ਗੁਰਸਿੱਖ ਪਿਆਰਿਓ, ਇਹ ਗੱਲ ਹਮੇਸ਼ਾ ਧਿਆਨ 'ਚ ਰੱਖਿਓ। ਜਿੰਨੇ ਜ਼ਿਆਦਾ ਵਿਚਾਰ ਉਨੇ ਜ਼ਿਆਦਾ ਭਟਕਣਾ, ਜਿੰਨਾ ਜ਼ਿਆਦਾ ਸੋਚੋਗੇ ਉਨੇ ਜ਼ਿਆਦਾ ਭਟਕਣਾ। ਵਕੀਲ ਵਾਰ-ਵਾਰ ਸਮਝਾ ਰਿਹਾ ਹੈ ਬਈ ਬਿਆਨ ਉਹੀ ਰੱਖੀ ਜਿਹੜੇ ਪਿਛਲੀ ਵਾਰੀ ਬੋਲੇ ਸੀ। ਕਿਤੇ ਇਸ ਵਾਰੀ ਹੋਰ ਨਾ ਕੁਝ ਕਹਿ ਦੀ। ਝੂਠਾ ਬੰਦਾ ਹੈ, ਉਹਨੂੰ ਝੂਠੇ ਗਵਾਹ ਨੂੰ ਖੜਾ ਕੀਤਾ ਹੋਇਆ ਹੈ, ਉਹਨੂੰ ਵਾਰ-ਵਾਰ ਰਿਪੀਟ ਕਰਨਾ ਪਏਗਾ ਉਹੀ, ਵਾਰ-ਵਾਰ ਸੋਚਣਾ ਪਏਗਾ ਉਹੀ, ਵਾਰ-ਵਾਰ ਧਿਆਨ 'ਚ ਰੱਖਣਾ ਪਏਗਾ ਉਹੀ, ਮਨ 'ਚ ਉਹੀ ਚੱਲਦਾ ਰਹਿਣਾ ਹੈ। ਪਰ ਦੂਸਰੇ ਪਾਸੇ ਵਕੀਲ ਜਿਹੜਾ ਉਹ ਕਹਿੰਦਾ ਕਿ ਦੇਹੋ ਹੀ ਬੋਲਣਾ। ਉਹ ਕਹਿੰਦਾ ਵੀ ਮੇਰੇ ਕੋਲੋਂ ਚਾਹੇ 50 ਹੀ ਬੁਲਾ ਲਓ, ਮੈਂ ਤੇ ਜੋ ਦੇਖਿਆ ਹੈ ਮੈਂ ਤਾਂ ਉਹੀ ਬੋਲਣਾ। ਮੈਂ ਕੋਈ ਆਪਣੇ ਕੋਲੋਂ ਬਣਾ ਕੇ ਥੋੜ੍ਹੀ ਬੋਲਣਾ, ਮੈਂ ਝੂਠ ਥੋੜ੍ਹੀ ਬੋਲਣਾ। ਝੂਠ ਨੂੰ ਚੇਤੇ ਰੱਖਣਾ ਪੈਂਦਾ, ਸੱਚ ਨੂੰ ਥੋੜ੍ਹਾ ਚੇਤੇ ਰੱਖਣਾ ਪੈਂਦਾ। ਅਗਰ ਝੂਠ ਨੂੰ ਤੁਸੀਂ ਚੇਤੇ ਨਹੀਂ ਰੱਖਦੇ ਤੇ ਤੁਸੀਂ ਝੂਠ ਨੂੰ ਦੂਜੇ ਰੂਪ ਦੇ ਅੰਦਰ ਬਿਆਨ ਕਰੋਗੇ, ਤੀਜੇ ਰੂਪ ਦੇ ਅੰਦਰ ਬਿਆਨ ਕਰੋਗੇ, ਚੌਥੇ ਰੂਪ ਦੇ ਅੰਦਰ ਬਿਆਨ ਕਰੋਗੇ। ਪਰ ਹੁਣ ਸੱਚ ਨੂੰ ਤੇ ਤੁਸੀਂ ਉਸੇ ਰੂਪ ਵਿੱਚ ਹੀ ਰੱਖਣਾ ਨਾ, ਭਾਵੇਂ 5 ਸਾਲ ਪਹਿਲਾਂ ਸੀ, ਭਾਵੇਂ 5 ਸਾਲ ਬਾਅਦ ਹੈ, ਇਹਨੂੰ ਕੋਈ ਫਰਕ ਥੋੜ੍ਹੀ ਪੈਂਦਾ। ਤੋ ਗੁਰਦੇਵ ਪਾਤਸ਼ਾਹ ਜੀ ਸਾਨੂੰ ਇੱਕ ਸਮਝ ਦਿੰਦੇ ਨੇ, ਕਹਿੰਦੇ ਕਿ ਉਹ ਵਿਅਕਤੀ ਜਿਹੜੇ ਗਿਲਾ ਕਰਦੇ ਸਾਡਾ ਮਨ ਨਹੀਂ ਟਿਕਦਾ, ਉਹ ਵਿਅਕਤੀ ਜਿਹੜੇ ਗਿਲਾ ਕਰਦੇ ਸਾਡੇ ਮਨ 'ਚ ਟਿਕਾਓ ਨਹੀਂ, ਉਹ ਵਿਅਕਤੀ ਜਿਹੜੇ ਗਿਲਾ ਕਰਦੇ ਸਾਡੇ ਅੰਦਰ ਸ਼ਾਂਤੀ ਕੋਈ ਨਹੀਂ, ਉਹ ਵਿਅਕਤੀ ਜਿਹੜੇ ਗਿਲਾ ਕਰਦੇ ਸਾਡਾ ਮਨ ਵਾਸੇ 'ਚ ਕੋਈ ਨਹੀਂ। ਮਹਾਰਾਜ ਕਹਿੰਦੇ ਆ ਚੀਜ਼ਾਂ ਛੱਡ ਦਿਓ, ਤੁਹਾਡਾ ਮਨ ਆਪਣੇ ਆਪ ਵਾਸੇ 'ਚ ਹੋ ਜਾਏਗਾ। ਜਿਹੜੀਆਂ ਉੱਪਰ ਬਿਆਨ ਕੀਤੀਆਂ ਨੇ ਨਾ, ਮਹਾਰਾਜ ਕਹਿੰਦੇ ਛੱਡ ਦਿਓ। ਹੁਣ ਇਹ ਛੁੱਟਣਗੀਆਂ ਕਿਵੇਂ? ਦੇਖੋ, ਕੋਈ ਵੀ ਬੁਰਾ ਕੰਮ ਹੈ ਉਹਦੇ 'ਚ ਰਸ ਬਹੁਤ ਹੁੰਦਾ ਹੈ, ਭਾਵਾਂ ਕਿ ਥੋੜੇ ਸਮੇਂ ਲਈ ਹੁੰਦਾ ਪਰ ਰਸ ਹੁੰਦਾ ਹੈ। ਔਰ ਜਿਹੜਾ ਜਿਤਨਾ ਜ਼ਿਆਦਾ ਜਿਸ ਚੀਜ਼ 'ਚ ਰਸ ਹੁੰਦਾ ਬੰਦਾ ਓਨਾ ਹੀ ਉਹਨੂੰ ਧਿਆਨ ਨਾਲ ਕਰਦਾ ਹੈ। ਜਿਹੜੀ ਚੀਜ਼ ਜਿੰਨਾ ਜ਼ਿਆਦਾ ਰਸ ਹੁੰਦਾ ਓਨਾ ਜ਼ਿਆਦਾ ਉਹਨੂੰ ਧਿਆਨ ਨਾਲ ਕਰਦਾ ਹੈ। ਜਾਂ ਆਪਾਂ ਇਸ ਤਰ੍ਹਾਂ ਕਹਿ ਲਈਏ ਕਿ ਜਿਹੜੀ ਚੀਜ਼ ਨੂੰ ਤੁਸੀਂ ਜਿੰਨਾ ਧਿਆਨ ਨਾਲ ਕਰੋਗੇ ਉਹਦੇ 'ਚ ਓਨਾ ਹੀ ਰਸ ਵੱਧਦਾ ਜਾਏਗਾ। ਜਿਹੜੀ ਚੀਜ਼ ਨੂੰ ਜਿੰਨਾ ਧਿਆਨ ਨਾਲ ਕਰੋਗੇ ਓਨਾ ਉਹ ਰਸਦਾਇਕ ਬਣ ਜਾਏਗੀ। ਜਿਹੜੀ ਚੀਜ਼ ਨੂੰ ਕਰਦਿਆਂ ਤੁਸੀਂ ਸਾਰਾ ਸੰਸਾਰ ਭੁੱਲ ਜਾਂਦੇ ਹੋ, ਉਹਦੇ 'ਚ ਹੀ ਰਸ ਹੈ ਬਸ। ਜੋ ਬੁਰਾ ਹੈ, ਜੋ ਖੋਟਾ ਹੈ, ਜੋ ਮਾੜਾ ਹੈ, ਉਹਨੂੰ ਕਰਨ ਲੱਗਿਆ ਬੰਦਾ ਧਿਆਨ ਬਹੁਤ, ਇਕਾਗਰ ਬਹੁਤ ਹੁੰਦਾ ਹੈ। ਔਰ ਜੋ ਤੁਹਾਡੇ ਸੰਸਕਾਰ ਨੇ ਉਹ ਬਣਦੇ ਨੇ ਇਕਾਗਰਤਾ ਦੇ ਨਾਲ। ਮਹਾਰਾਜ ਕਹਿੰਦੇ ਜੋ ਜੀ ਹੋਏ ਸੋ ਉਗਵੈ। ਤੁਸੀਂ ਬੋਲਿਆ ਕੀ ਇਹ ਮਾਇਨੇ ਨਹੀਂ ਰੱਖਦਾ, ਪਰ ਤੁਸੀਂ ਕਿੰਨੀ ਗਹਿਰਾਈ ਨਾਲ ਉਹ ਬੋਲਿਆ ਉਹ ਮਾਇਨੇ ਰੱਖਦਾ।
ਉਹ ਬੀਜ ਕਿੰਨਾ ਗਹਿਰਾ ਤੁਸੀਂ ਬੀਜਿਆ ਉਹ ਮਾਇਨੇ ਰੱਖਦਾ ਹੈ। ਜਿੰਨੇ ਵੀ ਚੰਗੇ ਕੰਮ ਕਰਦੇ ਹਾਂ ਅਸੀਂ ਉਹ ਸਾਰੇ ਉੱਪਰਲੇ ਤਲ ਤੇ ਹੁੰਦੇ ਨੇ, ਜਾਂ ਇਸ ਤਰ੍ਹਾਂ ਕਹਿ ਲਈਏ ਵੀ ਬੇਧਿਆਨੀ ਹੁੰਦੇ ਨੇ। ਜਿਵੇਂ ਤੁਸੀਂ ਗੁਟਕਾ ਸਾਹਿਬ ਹੱਥ 'ਚ ਫੜਿਆ ਹੋਇਆ, ਗੁਰਬਾਣੀ ਤੁਸੀਂ ਪੜ੍ਹਦੇ ਪਏ ਹੋ, ਜਪਜੀ ਸਾਹਿਬ ਕਰਦੇ ਪਏ ਹੋ, ਕਿੰਨੀ ਵਾਰੀ ਕੀਤਾ ਆਪਾਂ, ਪਰ ਕੀਤਾ ਕਿਵੇਂ ਹੈ? ਕਦੀ ਥੋੜ੍ਹਾ ਬਹੁਤਾ ਮਨ ਲੱਗਾ ਹੋਵੇ, ਕਦੀ ਥੋੜ੍ਹਾ ਬਹੁਤਾ ਰਸ ਆਇਆ ਹੋਵੇ, ਜੇਕਰ ਆਉਂਦਾ ਹੈ ਤੇ ਤੁਸੀਂ ਵਡਭਾਗੇ ਹੋ। ਪਰ ਰਸ ਕਿਵੇਂ ਆਵੇ? ਕਿਉਂਕਿ ਸਾਡਾ ਧਿਆਨ ਨਹੀਂ ਹੈਗਾ। ਜਿੰਨਾ ਧਿਆਨ ਓਨਾ ਰਸ। ਬੁਰੇ ਕੰਮਾਂ 'ਚ ਰਸ ਹੁੰਦਾ ਹੈ। ਏਕ ਨਿਮਕ ਕਾਮ ਸਵਾਦ ਕਾਰਨ ਕੋਟ ਦਿਵਸ ਦੁੱਖ ਪਾਵੈ। ਮਹਾਰਾਜ ਕਹਿੰਦੇ ਨਿਮਕ ਦੀ ਬਾਤ ਹੈ, ਪਰ ਉਹਦੇ 'ਚ ਬੰਦਾ ਧਿਆਨ ਬਹੁਤ ਕਰਦਾ ਹੈ। ਜਿੰਨਾ ਜ਼ਿਆਦਾ ਧਿਆਨ ਉਹਨਾਂ ਉਹ ਕਰਮ ਤੁਹਾਡੇ ਤੇ ਹਾਵੀ ਹੋ ਜਾਏਗਾ। ਜਿੰਨਾ ਤੁਸੀਂ ਬੇਧਿਆਨਾ ਕਰੋਗੇ ਉਹਨਾਂ ਕੋਈ ਮਾਇਨੇ ਨਹੀਂ ਰੱਖਦਾ। ਜੋ ਜੀ ਹੋਏ ਸੋ ਉਗਵੈ ਮੋਹ ਕਾ ਕਇਆ ਵਾਓ। ਤੁਹਾਡੀ ਆਦਤ ਵਿੱਚ ਉਹ ਚੀਜ਼ਾਂ ਸ਼ਾਮਲ ਹੁੰਦੀਆਂ ਨੇ ਜਿਹੜੀਆਂ ਤੁਸੀਂ ਬੜੇ ਧਿਆਨ ਨਾਲ ਕਰਦੇ ਹੋ। ਪੱਛਮ ਦਾ ਵਿਗਿਆਨ ਇਹ ਗੱਲ ਕਹਿੰਦਾ ਕਿ 21 ਦਿਨ ਕਰੋ, ਉਹ ਚੀਜ਼ ਤੁਹਾਡੇ ਆਦਤ ਤੇ ਸ਼ਾਮਲ ਹੋ ਜਾਏਗੀ। ਪਰ ਪੂਰਬ ਦਾ ਕਹਿੰਦਾ ਨਹੀਂ, ਘੱਟ ਤੋਂ ਘੱਟ 40 ਦਿਨ ਕਰੋ। ਉਸ ਚੀਜ਼ ਨੂੰ ਤੁਸੀਂ 40 ਦਿਨ ਦੁਹਰਾਓ, ਉਹ ਫਿਰ ਤੁਹਾਡੀ ਆਦਤ 'ਚ ਸ਼ਾਮਲ ਹੋ ਜਾਏਗੀ। ਇੱਕ ਸ਼ਬਦ ਹੈ ਚਾਲੀਹਾ, ਬਹੁਤ ਸੱਜਣ ਇੱਥੇ ਕਰਦੇ ਨੇ। 40 ਦਿਨ ਸੁਖਮਨੀ ਸਾਹਿਬ ਦਾ ਪਾਠ ਕੀਤਾ, ਕਹਿੰਦੇ ਭਾਈ ਸਾਹਿਬ ਅਰਦਾਸ ਕਰ ਦਿਓ। 40 ਦਿਨ ਗੁਰਦੁਆਰਾ ਸਾਹਿਬ ਆਇਆ, ਭਾਈ ਸਾਹਿਬ ਅਰਦਾਸ ਕਰ ਦਿਓ। ਤੇ ਜੇਕਰ ਪੁੱਛੀਏ ਵੀ ਹੁਣ ਤੁਸੀਂ 40 ਦਿਨ ਤੁਹਾਡੇ ਪੂਰੇ ਹੋ ਗਏ ਨੇ, ਕੱਲ ਨੂੰ ਤੁਸੀਂ ਆਓਗੇ? ਉਹ ਕਹਿੰਦੇ ਭਾਈ ਸਾਹਿਬ ਜੀ ਮਸਾਂ 40 ਪੂਰੇ ਕੀਤੇ ਨੇ। ਹੁਣ ਜਿਹਨੇ ਮਸਾਂ 40 ਪੂਰੇ ਕੀਤੇ ਨੇ ਉਹਦੀ ਆਦਤ ਕਿੱਥੋਂ ਬਣਨੀ ਹੈ? ਤਾਂ ਗਿਣ ਮਿਣ ਕੇ ਮਸਾਂ ਪੂਰੇ ਕਰਦਾ ਪਿਆ। ਇਹ ਹੁਣ ਕਰਮਕਾਂਡ ਬਣ ਗਿਆ, ਹੁਣ ਪਖੰਡ ਬਣ ਗਿਆ। ਪਰ ਕਦੀ ਇਹਦੇ ਪਿੱਛੇ ਬਹੁਤ ਵੱਡਾ ਰਹੱਸ ਛੁਪਿਆ ਹੋਇਆ ਸੀ ਵੀ ਜਿਹੜੀ ਚੀਜ਼ ਨੂੰ ਤੁਸੀਂ 40 ਦਿਨ ਲਗਾਤਾਰ ਕਰ ਲਿਆ, 41ਵੇਂ ਦਿਨ ਤੁਹਾਨੂੰ ਕਰਨੀ ਨਹੀਂ ਪੈਣੀ, ਆਪਣੇ ਆਪ ਹੋਣੀ ਸ਼ੁਰੂ ਹੋ ਜਾਣੀ ਹੈ। ਜਿਵੇਂ ਅੰਮ੍ਰਿਤ ਵੇਲੇ ਦੀ ਗੱਲ ਕਰੀਏ, ਅਗਰ ਤੁਸੀਂ 40 ਦਿਨ, ਸਵਾ ਮਹੀਨਾ ਕਿਹਾ ਜਾਂਦਾ ਵੀ ਸਵਾ ਮਹੀਨੇ ਤੁਸੀਂ ਅੰਮ੍ਰਿਤ ਵੇਲੇ ਜਾਗੋ। ਅਗਰ ਤੁਸੀਂ ਸਵਾ ਮਹੀਨਾ ਜਾਗ ਗਏ ਤੇ ਉਸ ਤੋਂ ਬਾਅਦ ਤੁਹਾਨੂੰ ਦਿੱਕਤ ਨਹੀਂ ਹੋਏਗੀ ਉੱਠਣ 'ਚ। ਅਲਾਰਮ ਤੁਹਾਡੇ ਅੰਦਰ ਲੱਗਾ ਹੋਇਆ, ਉਹ ਅਲਾਰਮ ਆਪਣੇ ਆਪ ਵੱਜਣਾ ਹੈ, ਤੁਸੀਂ ਜਾਗ ਜਾਣਾ ਹੈ। ਪਰ ਉਹ 40 ਦਿਨ ਤੁਸੀਂ ਕਿੰਨੇ ਧਿਆਨ ਨਾਲ ਕੀਤਾ ਹੈ, ਇਹ ਵੀ ਤੇ ਮਾਇਨੇ ਰੱਖਦਾ ਨਾ। ਜੇਕਰ ਤੁਸੀਂ ਔਖੇ ਸੌਖੇ ਹੋ ਕੇ 40 ਦਿਨ ਪੂਰੇ ਕੀਤੇ ਨੇ ਤੇ ਫਿਰ ਕਿੱਥੋਂ? ਫਿਰ ਕੁਛ ਨਹੀਂ। ਤੋ ਗੁਰਸਿੱਖ ਪਿਆਰਿਓ, ਜੋ ਅਸੀਂ ਬੁਰਾ ਕਰਦੇ ਹਾਂ ਮਨ ਦੇ ਗਹਿਰੇ ਤਲ ਤੱਕ ਜਾਂਦਾ ਹੈ। ਇਸੇ ਕਰਕੇ ਅਸੀਂ ਪਰੇਸ਼ਾਨ ਰਹਿੰਦੇ ਹਾਂ, ਇਸੇ ਕਰਕੇ ਦੁਖੀ ਰਹਿੰਦੇ ਹਾਂ, ਇਸੇ ਕਰਕੇ ਮਾਨਸਿਕ ਟਿਕਾ ਸਾਨੂੰ ਮਿਲਦਾ ਕੋਈ ਨਹੀਂ। ਔਰ ਮਹਾਰਾਜ ਜੀ ਫਿਰ ਹੁਣ ਸਾਨੂੰ ਰਾਹ ਦੱਸਦੇ, ਤਰੀਕਾ ਦੱਸਦੇ, ਢੰਗ ਦੱਸਦੇ ਨੇ ਕਿ ਦੇਖੋ ਇੱਕੋ ਹੀ ਰਸਤਾ ਹੈ। ਅਗਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਮਨ ਸਥਿਰ ਹੋਵੇ, ਅਗਰ ਤੁਸੀਂ ਚਾਹੁੰਦੇ ਹੋ ਤੁਹਾਡਾ ਮਨ ਵਸ 'ਚ ਆਵੇ, ਤਾਂ ਮਹਾਰਾਜ ਕਹਿੰਦੇ ਇੱਕੋ ਹੀ ਰਾਹ ਹੈ, ਜਬ ਹੀ ਸ਼ਰਨ ਸਾਧ ਕੀ ਆਇਓ। ਸਾਧ ਕੌਣ ਹੈ ਜੀ? ਗੁਰੂ। ਮਹਾਰਾਜ ਕਹਿੰਦੇ ਜਦੋਂ ਮੈਂ ਗੁਰੂ ਦੀ ਸ਼ਰਨ 'ਚ ਆ ਗਿਆ, ਜਦੋਂ ਮੈਂ ਸਤ ਸੰਗਤ ਕਰਨੀ ਸ਼ੁਰੂ ਕਰ ਦਿੱਤੀ, ਜਬ ਹੀ ਸ਼ਰਨ ਸਾਧ ਕੀ ਆਇਓ ਦੁਰਮਤ ਸਗਲ ਬਿਨਾਸੀ। ਜਿਹੜੀ ਮੇਰੀ ਖੋਟੀ ਮੱਤ ਸੀ, ਜਿਹੜਾ ਮੇਰਾ ਮਨ ਖੋਟੇ ਪਾਸੇ ਬਹੁਤ ਦੌੜਦਾ ਸੀ, ਬਿਨਾਸੀ, ਉਹ ਖੋਟੀ ਮੱਤ ਮੇਰੀ ਖਤਮ ਹੋ ਗਈ, ਮਾੜੀ ਮੱਤ ਖਤਮ ਹੋ ਗਈ। ਕਦੋਂ? ਜਬ ਹੀ ਸ਼ਰਨ ਸਾਧ ਕੀ ਆਇਓ ਦੁਰਮਤ ਸਗਲ ਬਿਨਾਸੀ, ਤਬ ਨਾਨਕ ਚੇਤਿਓ ਚਿੰਤਾ ਮਨ ਕਾਟੀ ਜਮ ਕੀ ਫਾਸੀ।